साहिब जी धर जियरे एक टेक तू ला बेडानी आस नानक नाम ध्याईऐ कारज आवे रास धन वाहिगुरु साहिब जियो मानुख की टेक वृथी सब जान देवन को एक भगवान जिसके दिए रह अघाई बाहुर ना तृष्णा लागे आए मारे राखे एको आप मानुख के किछ नाही हाथ तिसका हुक्म बूझ सुख होए तिसका नाम रख कंठ परोए सिमर 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 प्रभ सोए नानक बिघन ना लागे कोई सिमर 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 प्रभ सोए नानक बिघन ना लागे कोई परम सत्कार जोग परम सन्मान जोग जुगो जुग अटल चबर छतर तख्त और वक्त दे मालक समुची कायनात नूं सांझा उपदेश देण वाले सांझे रहबर साहिबे कमाल शब्द गुरु धन धन साहिब श्री गुरु ग्रंथ साहिब जीओ महाराज तिन्हां दी पावन पवित्र हजूरी दे अंदर अमृत वेले दियां हाजरियां भर रहे गुरु प्यारे गुरु सवारे सत संगी जनों
ਵਡਭਾਗੇ ਹਾਂ ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਮਿਲ ਬੈਠ ਵਿਚਾਰਾਂ ਸਾਂਝੀਆਂ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜੋ ਪਾਵਨ ਬਚਨ ਆਪ ਜੀਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਸ਼ਰਵਣ ਕੀਤੇ ਹਨ। ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਕ 281 ਉੱਪਰ ਸ਼ੋਭਾਇਮਾਨ ਹਨ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਾਨੂੰ ਸਮਝਾਇਆ ਹੈ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਕਿ ਮਨੁੱਖ ਦੀ ਟੇਕ ਆਸਰਾ ਲੈਣਾ ਵਿਅਰਥ ਹੈ। ਆਓ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ। ਇੱਕੇ ਹੀ ਵਾਰ ਕਹਿਣ ਤੇ ਫਤਿਹ ਪਰਵਾਨੋ ਜੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਇਹਨਾਂ ਪਾਵਨ ਬਚਨਾਂ ਦਾ ਪਾਠ ਅਸੀਂ ਅਨੇਕਾਂ ਵਾਰ ਕੀਤਾ ਹੈ। ਜਦੋਂ ਆਪਾਂ ਇਹਨਾਂ ਪਾਵਨ ਬਚਨਾਂ ਨੂੰ ਪੜ੍ਹਦੇ ਹਾਂ ਤਾਂ ਪੜ੍ਹਦਿਆਂ ਹੋਇਆਂ ਮਨ ਦੇ ਅੰਦਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇੱਥੇ ਮਨੁੱਖ ਦੀ ਟੇਕ ਨੂੰ ਵਿਅਰਥ ਆਖਿਆ ਹੈ, ਪਰ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰ ਕੇ ਵੇਖਦੇ ਹਾਂ, ਇੱਕ ਸਟੂਡੈਂਟ ਨੂੰ, ਵਿਦਿਆਰਥੀ ਨੂੰ ਟੀਚਰ ਦਾ, ਅਧਿਆਪਕ ਦਾ ਸਹਾਰਾ ਹੈ, ਇੱਕ ਮਰੀਜ਼ ਨੂੰ ਡਾਕਟਰ ਦਾ ਸਹਾਰਾ ਹੈ, ਬੁੱਢੇ ਮਾਂ-ਬਾਪ ਨੂੰ ਆਪਣੇ ਬੱਚਿਆਂ ਦਾ ਸਹਾਰਾ ਹੈ ਤੇ ਛੋਟੇ ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਸਹਾਰਾ ਹੈ। ਜੇਕਰ ਮਰੀਜ਼ ਡਾਕਟਰ ਦਾ ਸਹਾਰਾ ਨਹੀਂ ਲੈਂਦਾ ਤਾਂ ਉਹਦਾ ਰੋਗ ਦੂਰ ਨਹੀਂ ਹੋ ਸਕਦਾ। ਜੇਕਰ ਇੱਕ ਸਟੂਡੈਂਟ, ਇੱਕ ਵਿਦਿਆਰਥੀ ਅਧਿਆਪਕ ਦੇ ਕੋਲ, ਟੀਚਰ ਦੇ ਕੋਲ ਨਹੀਂ ਜਾਂਦਾ, ਉਹਦਾ ਆਸਰਾ ਨਹੀਂ ਲੈਂਦਾ, ਤਾਂ ਉਹ ਕਦੇ ਵੀ ਪੜ੍ਹ ਲਿਖ ਨਹੀਂ ਸਕਦਾ, ਕਿਸੇ ਉੱਚੇ ਅਹੁਦੇ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸੰਸਾਰ ਸਮਾਜ ਦੇ ਅੰਦਰ ਇੱਕ ਦੂਜੇ ਦਾ ਸਹਾਰਾ ਸਾਨੂੰ ਲੈਣਾ ਪੈਂਦਾ ਹੈ। ਹੁਣ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇੱਥੇ ਆਖਿਆ ਹੈ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਕਿ ਮਨੁੱਖ ਦਾ ਆਸਰਾ ਲੈਣਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਉੱਕਾ ਹੀ ਵਿਅਰਥ ਹੈ। ਹੁਣ ਕਿਸ ਆਸਰੇ ਨੂੰ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਵਿਅਰਥ ਆਖਿਆ ਹੈ? ਜਦੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਗੂਜਰੀ ਰਾਗ ਦੇ ਅੰਦਰ 497 ਨੰਬਰ ਅੰਕ ਤੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਹੀ ਪਾਵਨ ਬਚਨ ਹਨ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਤੇ ਆਖਿਆ, ਜਿਸ ਮਾਨੁਖ ਪਹਿ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੈ ਆਰਾਧਿਆ, ਤਿਨ ਭਉ ਸਾਗਰ ਤਰਿਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਮਨੁੱਖਾਂ ਦੀ ਟੇਕ ਨੂੰ ਵਿਅਰਥ ਆਖਿਆ ਹੈ ਜਿਨ੍ਹਾਂ ਦਾ ਆਸਰਾ ਅਸੀਂ ਅੱਜ ਲੈ ਕੇ ਬੈਠੇ ਹਾਂ। ਪਾਤਸ਼ਾਹ ਜੀ ਕਹਿੰਦੇ, ਮੈਂ ਜਿਸ ਵੀ ਮਨੁੱਖ ਕੋਲ ਜਾਂਦਾ, ਜਾ ਕੇ ਆਪਣੇ ਦੁੱਖ ਦੀ ਗੱਲ ਕਰਦਾ ਹਾਂ,
ਉਹ ਆਪਣੇ ਦੁੱਖ ਮੇਰੇ ਨਾਲ ਸਾਂਝੇ ਕਰਨ ਲੱਗ ਪੈਂਦਾ ਹੈ। ਜਿਸ ਮਾਨਕ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਸ ਕੋਲ ਮੈਂ ਜਾ ਕੇ ਆਪਣੇ ਦੁੱਖ ਦੀ ਗੱਲ ਕਰਦਾ ਹਾਂ ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿਸਦਾ ਹੈ। ਉਹ ਮੇਰਾ ਦੁੱਖ ਕੀ ਦੂਰ ਕਰ ਸਕਦਾ ਹੈ? ਤਾਂ ਹੀ ਸ਼੍ਰੀ ਰਾਗ ਦੇ ਅੰਦਰ ਪਾਤਸ਼ਾਹ ਜੀ ਨੇ ਆਖਿਆ ਹੈ, ਦੁਖ ਤਿਸੈ ਬੈ ਆਖੀਐ ਸੁਖ ਤਿਸੈ ਹੀ ਪਾਸ। ਆਪਣਾ ਦੁੱਖ ਉਸ ਪਾਸ, ਉਸ ਦੇ ਕੋਲ ਜਾ ਕੇ ਰੱਖਣਾ ਚਾਹੀਦਾ ਹੈ ਜਿਹੜਾ ਆਪ ਸੁਖੀ ਹੋਵੇ। ਤੇ ਆਪਾਂ ਪਾਤਸ਼ਾਹ ਜੀ ਦੇ ਪਾਵਨ ਵਚਨ ਪੜ੍ਹਦੇ ਹਾਂ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਈਏ। ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਸਰਾ ਲੈਣਾ ਪਵੇਗਾ। ਆਪਣੇ ਜੀਵਨ ਦੇ ਅੰਦਰ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਨਾ ਪਵੇਗਾ। ਪਾਤਸ਼ਾਹ ਜੀ ਨੇ ਆਖਿਆ, ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਸਤਿਗੁਰੂ ਹੀ ਸੁੱਖਾਂ ਦਾ ਦਾਤਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ। ਦਰਸ਼ਨ ਕੀਤਿਆਂ ਜੀਵਨ ਦੇ ਅੰਦਰ ਆਨੰਦ ਆ ਜਾਂਦਾ ਹੈ। ਦਰਸ਼ਨ ਭੇਟਤ ਹੋਤ ਆਨੰਦਾ। ਦੁੱਖ ਗਿਆ, ਦੁੱਖ ਚਲਾ ਜਾਂਦਾ ਹੈ। ਹਾਰ ਗਈਐ ਤੇ ਮਨੁੱਖ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਆਪਾਂ ਗੱਲ ਕਰ ਰਹੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਮਾਨੁ ਕੀ ਟੇਕ ਬ੍ਰਿਥੀ ਸਭ ਜਾਨ। ਕਿਹੜੀ ਟੇਕ ਵਿਅਰਥ ਹੈ ਜਿਨ੍ਹਾਂ ਦੇ ਕੋਲ ਜਾ ਕੇ ਅਸੀਂ ਆਪਣਾ ਦੁੱਖ ਰੱਖਦੇ ਹਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ, ਉਹ ਤਾਂ ਆਪ ਦੁਖੀ ਨੇ, ਉਹ ਸਾਨੂੰ ਕਿੱਥੋਂ ਸੁੱਖ ਦੇ ਦੇਣਗੇ। ਪਾਰ ਬ੍ਰਹਮ ਜਿਨ ਹਿਰਦੈ ਆਰਾਧਿਆ ਤਿਨ ਭਉ ਸਾਗਰ ਤਰਿਆ। ਜਿਸ ਮਨੁੱਖ ਨੇ ਆਪਣੇ ਹਿਰਦੇ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਿਆ ਹੈ, ਉਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਹੈ। ਬਾਕੀ ਇਸ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਜਾਂਦੇ ਨੇ। ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੈ। ਪ੍ਰਭ ਤਜ ਆਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਟੈ। ਗੁਰੂ ਤੋਂ ਬਿਨਾ, ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ, ਕੋਈ ਹੋਰ ਦੁੱਖ ਪੀੜ ਕੱਟ ਨਹੀਂ ਸਕਦਾ। ਅਕਾਲ ਪੁਰਖ ਪਰਮਾਤਮਾ ਹੀ ਦੁੱਖਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ। ਪ੍ਰਭ ਤਜ ਆਵਰ ਸੇਵਕ ਜੇ ਹੋਈ ਹੈ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਪਰਮਾਤਮਾ ਦਾ ਆਸਰਾ ਛੱਡ ਕੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿੱਚ ਇੱਜ਼ਤ, ਵਡਿਆਈ, ਸ਼ੋਭਾ ਸਭ ਕੁਝ ਘਟ ਜਾਂਦਾ ਹੈ। ਪ੍ਰਭ ਤਜ ਆਵਰ ਸੇਵਕ ਜੀ ਹੋਈ ਹੈ ਤਿਤ ਮਾਨ ਮਹਤ ਜਸ ਘਟੈ। ਨਾ ਕੋਈ ਇੱਜ਼ਤ ਮਿਲਦੀ ਹੈ, ਨਾ ਵਡਿਆਈ ਤੇ ਸ਼ੋਭਾ ਵੀ ਘਟ ਜਾਂਦੀ ਹੈ ਜੇਕਰ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਸੇਵਕ ਬਣਦੇ ਹਾਂ। ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਟੈ। ਮਾਇਆ ਕੇ ਸਨ ਬੰਦ ਸੈਨ ਸਾਖ ਕਿਤ ਹੀ ਕਾਮ ਨ ਆਇਆ। ਹਰਿ ਕਾ ਦਾਸ ਨੀਚ ਕੁਲ ਊਚਾ ਤਿਸ ਸੰਗ ਮਨ ਬਾਂਛਤ ਫਲ ਪਾਇਆ। ਲਾਖ ਕੋਟ ਵਿਖਿਆ ਕੇ ਵਿੰਜਨ ਤਾਂ ਮੈਂ ਤ੍ਰਿਸ਼ਨ ਨਾ ਬੂਝੀ। ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਝੀ। ਫਿਰਤ ਫਿਰਤ ਤੁਮਰੇ ਦੁਆਰ ਆਇਆ ਭੈ ਭੰਜਨ ਹਰ ਰਾਇਆ। ਸਾਧ ਕੇ ਚਰਨ ਧੂਰ ਜਨ ਬਾਂਛੈ ਸੁਖ ਨਾਨਕ ਇਹ ਪਾਇਆ। ਬਾਦਸ਼ਾਹ ਜੀ ਕਹਿੰਦੇ ਨੇ, हे ਮੇਰੇ ਮਾਲਕ, हे ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲੇ ਪ੍ਰਮਾਤਮਾ, ਜਿਹੜਾ ਮਨੁੱਖ ਭਟਕਦਾ ਆਖਰ ਤੇਰੇ ਦਰ ਤੇ ਆ ਪਹੁੰਚਦਾ ਹੈ ਨਾ, ਉਹ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਹੀ ਮੰਗਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ, ਅਬ ਹਮ ਚਲੀ ठाकुर पहहार। जब हम शरण प्रभु की आई रात प्रभु भावे मार। गुरु अर्जन साहब पातशाह जी के पावन वचन, फिरत फिरत प्रभ आया परया तौ शरणाए।
नानक की प्रभ बेनती अपनी भगती लाई। गुरु अर्जन साहब पातशाह जी कहते जेड़ा मनुख भटकदा तुहाडे दर ते आ जांदा है मालक, वो तेरे दर ते आके चरना दी धूड़ी मंगदा है, वो दुनियावी पदार्थ नहीं मंगदा। गुरु अर्जन साहब पातशाह जी ने बख्शिश की मानुक की टेक बृथी सब जान, देवन कहो एक है भगवान। हुण असीं ये समझिया है कि संसार समाज दे अंदर सानू एक दूजे दा सहारा लेना पैंदा है। मैं उदाहरणां भी साझीआं कीतियां कि एक स्टूडेंट विद्यार्थी नूं टीचर दा सहारा है, मरीज नूं डॉक्टर दा सहारा है, ये सहारा लेना पवेगा। पर जेकर असीं दुखां तो छुटकारा पाउणा है, जिहड़े आत्मिक रोग सानू लग गए, तां सानू गुरु दा आसरा लेना पवेगा। इत्थे किसी बंदे ने काम नहीं करना। मानुक की टेक बृथी सब जान, देवन कहो एक है भगवान। एक अकाल पुरख परमात्मा ही सब जीवां नूं दाता देण वाला है। पातशाह जी के पावन वचन ने दद्दा दाता एक है, सबको देवनहार, देंदे टूट न आवई अगणत भरे भंडार। देवन कहो एक भगवान, जिसकै दिया रहे अगाए, बहुर न तृष्णा लागे आए। पातशाह जी कहते जिस दे दित्तियां मनुख हमेशा रजिया रहिंदा है। जदों असीं भटकदे हुए गुरु दे पास आउने हाँ ते गुरु तो दात मांगते हाँ कि चरना दी धूड़ बख्श, पातशाह जी फिर सानू गुण बख्शदे ने। ते पातशाह जी ने आख्या है नानक भुखा तां रजै, जा गुण कै गुणी समाए। फिर तृष्णा दी भुख मुक जाती है ते मनुख तृष्णा वाले पासों रज जाता है। देवन कहो एक भगवान, जिसका दिया रहे अगाए, मनुख रजिया रहिंदा है। परमात्मा जदों दिंदा है, बहुर ना तृष्णा लागे आए, फिर तृष्णा सताउंदी नहीं, तृष्णा मुक जाती है। मारे राख्या एकू आप, मानुख कै किछ नाई हाथ। जम्मन मरण दा सिलसिला अकाल पुरख परमात्मा दे हाथ विच है। आपे कारण आपे करना, हुक्मे जम्मन हुक्मे मरना। हुक्म दे विच ही बंदा जमदा है ते हुक्म दे विच ही मरदा है। बादशाह जी ने आख्या है मारे राखै एको आप, मानुख कै किछ नाही हाथ। आपां जदों धन श्री गुरु नानक साहब पातशाह जी दे पावन वचन आसा की वार पावन बाणी के अंदरों पढ़ते हाँ तो पातशाह जी ने बख्शिश की आपी ने आप साजियो, आपी ने रचियो नाओ, दुई कुदरत साजिए कर आसन डिठो चाओ। दाता करता आप तू, तुस देवें करें पसाओ। तू जान होई सब सैन दे लैसें जिंद कवाओ। कर आसन डिठो चाओ, कर आसन डिठो चाओ। संसार दे अंदर एक गल प्रचलित कर दी गई कि दाता देने वाला कोई होर है, जन्म देने वाला कोई होर है, ते जन्म मरण दा सिलसिला किसे हाथ होर है। पर धन श्री गुरु नानक साहब पातशाह जी ने जपजी साहब की बाणी दे अंदर क्लीयर कर दिता, कोई भुलेखा नहीं रह दिता। पातशाह जी ने आख्या एका माई जुगत व्याई, तीन चेले परवान, एक संसारी एक भंडारी, एक लाई दीवान। जिम तिस भावै तिवें चलावै, जिम होवै फरमान। ओ वेखै ओना नदर न आवे, बहुता ए विडान। आदेश तिसै आदेश, आद अनील अनाद अनाहत, जुग जुग एको वेश। जदों असीं इस पावन पौड़ी दा पाठ करदे हां ना, कईयां ने इस दी व्याख्या इस तरीके दे नाल कीती कि धन श्री गुरु नानक साहब पातशाह जी ने भी आख्या है कि संसार नूं तीन ताकतां चला रहीआं ने। एक जन्म दिंदा है, एक रिज़क दिंदा है ते एक दे हाथ मरण वाला मौत वाला महकमा है। पर असीं ध्यान दे नाल धन श्री गुरु नानक साहब पातशाह जी दी पावन पौड़ी नूं पढ़िया ही नहीं कि पातशाह जी ने सानूं समझाया की है।
ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲਾਂ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਲੋਕ ਇਹ ਮੰਨਦੇ ਸਨ ਕਿ ਸੰਸਾਰ ਨੂੰ ਤਿੰਨ ਤਾਕਤਾਂ ਚਲਾ ਰਹੀਆਂ ਨੇ। ਪਾਤਸ਼ਾਹ ਜੀ ਕਹਿੰਦੇ ਲੋਕਾਂ ਦੇ ਅੰਦਰ ਪ੍ਰਚਲਿਤ ਸੀ ਕਿ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇਹ ਉਸ ਵੇਲੇ ਪ੍ਰਚਲਿਤ ਸੀ, ਲੋਕ ਮੰਨਦੇ ਸੀ। ਪਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਲੀਅਰ ਕੀਤਾ ਤੇ ਗੁਰਮਤਿ ਦਾ ਪੱਖ ਰੱਖਿਆ। ਆਖਿਆ ਜਿਵੇਂ ਤਿਸ ਭਾਵੈ ਤਿਵੇਂ ਚਲਾਵੈ ਜਿਵੇਂ ਹੋਵੈ ਫਰਮਾਨ। ਜਿਵੇਂ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਚੱਲ ਰਿਹਾ ਹੈ। ਇਹ ਤਿੰਨ ਤਾਕਤਾਂ ਸੰਸਾਰ ਨੂੰ ਨਹੀਂ ਚਲਾ ਰਹੀਆਂ। ਪਾਵਨ ਪੌੜੀ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ। ਅਕਾਲ ਪੁਰਖ ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ। ਗੁਰ ਪ੍ਰਸਾਦ ਆਪ ਉਸ ਅਕਾਲ ਪੁਰਖ ਪਰਮਾਤਮਾ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਕਿਸੇ ਮਾਂ ਦੇ ਗਰਭ ਤੋਂ ਜਨਮ ਨਹੀਂ ਹੋਇਆ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ। ਪਹਿਲਾਂ ਆਪਣੇ ਆਪ ਨੂੰ ਸਾਜਿਆ ਤੇ ਅਤੇ ਆਪ ਹੀ ਆਪਣਾ ਨਾਮਣਾ ਬਣਾਇਆ, ਨਾਮ ਰੱਖਿਆ। ਦੂਈ ਕੁਦਰਤ ਸਾਜੀਐ, ਦੂਜੇ ਨੰਬਰ ਤੇ ਕੁਦਰਤ ਬਣਾਈ, ਸੰਸਾਰ ਦੀ ਰਚਨਾ ਕੀਤੀ। ਦੂਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਸੰਸਾਰ ਬਣਾ ਕੇ ਉਹਦੇ ਵਿੱਚ ਬੈਠ ਕੇ ਸਰਬ ਵਿਆਪਕ ਹੋ ਕੇ ਸਭਨਾਂ ਦੀ ਸੰਭਾਲ ਵੀ ਆਪ ਕਰਦੇ ਆ। ਦਾਤਾ ਕਰਤਾ ਆਪ ਤੁਸ ਦੇਵੈ ਕਰੇ ਬਸਾਉ। ਦਾਤਾ ਵੀ ਉਹ ਹੈ, ਕਰਤਾ ਵੀ ਉਹ ਹੈ, ਕੋਈ ਭੁਲੇਖਾ ਨਹੀਂ ਰਹਿ ਦਿੱਤਾ। ਆਸਾ ਕੀ ਵਾਰ ਪਾਵਨ ਬਾਣੀ ਦੇ ਅੰਦਰ ਵੀ ਦਾਤਾ ਕਰਤਾ ਆਪ ਨੂੰ ਦਾਤਾ ਵੀ ਉਹ ਦੇ ਰਿਹਾ। ਇੱਥੇ ਭਾਰਤ ਦੀ ਦੁਨੀਆ ਦੇ ਅੰਦਰ ਆਖਿਆ ਗਿਆ ਕਿ ਰਿਜ਼ਕ ਕੋਈ ਹੋਰ ਦਿੰਦਾ, ਜਨਮ ਕੋਈ ਹੋਰ ਦਿੰਦਾ, ਮਰਨ ਵਾਲਾ ਸਿਲਸਿਲਾ ਮੌਤ ਵਾਲਾ ਕਿਸੇ ਹੋਰ ਹੱਥ ਵਿੱਚ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਦਾਤਾ ਵੀ ਉਹ ਹੈ, ਕਰਤਾ ਵੀ ਉਹ ਹੈ। ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪੁਸਾਉ। ਤੂੰ ਜਾਣ ਹੋਈ ਸਭ ਸਹਿ ਦਿਲ ਐਸੈ ਜਿੰਦ ਗਵਾਓ। ਤੇ ਪਾਤਸ਼ਾਹ ਜੀ ਨੇ ਇਹ ਵੀ ਆਖਿਆ ਜਿੰਦ ਅਤੇ ਸਰੀਰ ਦੇ ਕੇ ਤੂੰ ਆਪ ਹੀ ਲੈ ਲੈਣਾ ਹੈ। ਇਹ ਮੌਤ ਵਾਲਾ ਸਿਲਸਿਲਾ ਵੀ ਤੇਰੇ ਹੁਕਮ ਦੇ ਵਿੱਚ ਹੈ, ਕੋਈ ਦੂਜੀ ਤੀਜੀ ਤਾਕਤ ਨਹੀਂ ਸੰਸਾਰ ਨੂੰ ਚਲਾ ਰਹੀ। ਤੂੰ ਜਾਣ ਹੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ ਕਰ ਆਸਣ ਡਿਠੋ ਚਾਓ। ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਪਰਮਾਤਮਾ ਹੀ ਸਰਬ ਵਿਆਪਕ ਹੋ ਕੇ ਇਹ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ। ਇਹ ਤਿੰਨ ਤਾਕਤਾਂ ਕੋਈ ਨਹੀਂ ਜਿਹੜੀਆਂ ਸੰਸਾਰ ਨੂੰ ਚਲਾ ਰਹੀਆਂ। ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੋ ਰਿਹਾ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮਾਰੈ ਰਾਖੈ ਏਕੋ ਆਪ। ਮਾਨੁਖ ਕੈ ਕਿਛ ਨਾਹੀ ਹਾਥ, ਮਨੁੱਖ ਦੇ ਹੱਥ ਕੁਝ ਵੀ ਨਹੀਂ। ਕੋਈ ਦੂਜੀ ਤੀਜੀ ਤਾਕਤ ਨਹੀਂ ਸੰਸਾਰ ਨੂੰ ਚਲਾ ਰਹੀ। ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਅੰਦਰ ਸਭ ਕੁਝ ਹੋ ਰਿਹਾ ਹੈ। ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ। ਤੇ ਬਾਦਸ਼ਾਹ ਜੀ ਕਹਿੰਦੇ ਮਾਲਕ ਦਾ ਹੁਕਮ ਸਮਝ ਕੇ ਸੁਖ ਪ੍ਰਾਪਤ ਹੁੰਦਾ। ਜੇਕਰ ਮਨੁੱਖ ਹੁਕਮ ਨੂੰ ਸਮਝ ਲਵੇ, ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਨੂੰ ਮੰਨ ਲਵੇ, ਤਾਂ ਪਾਤਸ਼ਾਹ ਜੀ ਕਹਿੰਦੇ ਉਹਦੀ ਰਜ਼ਾ ਹੁਕਮ ਦੇ ਅੰਦਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤਿਸ ਕਾ ਹੁਕਮ ਬੂਝ ਸੁਖ ਹੋਏ। ਜੇਕਰ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਮਰਦੇ ਆ, ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਮਝਾਇਆ ਹੈ ਸਿਮਰਾਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਜੇਕਰ ਸਿਮਰਾਂਗੇ ਤਾਂ ਜੀਵਨ ਦੇ ਅੰਦਰੋਂ ਕਲਾ ਕਲੇਸ਼ ਖਤਮ ਹੋ ਜਾਂਦੇ ਨੇ। ਪਾਤਸ਼ਾਹ ਜੀ ਨੇ ਆਖਿਆ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ। ਜੇਕਰ ਆਰਾਧਨ ਕਰਾਂਗੇ ਤਾਂ ਘਣਾ ਹੀ ਆਨੰਦ ਪ੍ਰਾਪਤ ਹੁੰਦਾ ਹੈ। ਤੇ ਜੇਕਰ ਸਿਮਰਨ ਨਾ ਕੀਤਾ, ਅਕਾਲ ਪੁਰਖ ਪਰਮਾਤਮਾ ਦੇ ਗੁਣ ਨਾ ਗਾਏ, ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਹੈ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਤੇ ਮਨੁੱਖ ਦਾ ਜਨਮ ਵੀ ਵਿਅਰਥ ਚਲਾ ਜਾਂਦਾ ਹੈ। ਇਸ ਕਾ ਹੁਕਮ ਬੂਝ ਸੁਖ ਹੋਏ, ਸੁਖ ਪ੍ਰਾਪਤ ਹੁੰਦਾ ਹੈ ਹੁਕਮ ਨੂੰ ਸਮਝ ਕੇ। ਇਸ ਦਾ ਨਾਮ ਰੱਖ ਕੰਠ ਪਰੋਏ। ਤੇ ਪਾਤਸ਼ਾਹ ਜੀ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹਰ ਵੇਲੇ ਯਾਦ ਕਰਿਆ ਕਰ, ਆਪਣੇ ਜੀਵਨ ਦੇ ਅੰਦਰ ਪਰੋ ਕੇ ਰੱਖ। ਸਿਮਰ 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 ਪ੍ਰਭ ਸੋਏ, ਨਾਨਕ
विघन न लागे कोई। पातशाह जी कहते ने अकाल पुरख दा नाम सिमरिया जीवन दे अंदर कोई रुकावट नहीं पैदा होती। परमेश्वर दिता बन्ना दुख रोग का डेरा भन्ना आनंद करे नर नारी हार हार प्रभ कृपा धारी संतो सुख हुआ सब थाई। हर एक थान ते वर सुख प्राप्त होता। घर सुख वसिया बाहर सुख पाया कहो नानक गुरमंत्र दृढ़ाया। घर भी सुख ते फिर बाहर भी सुख प्राप्त होता है जेकर अकाल पुरख परमात्मा का नाम सिमर लिया जाए। सिमर 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 प्रभ सोए नानक विघन न लागे कोई। पातशाह जी कहते जीवन के अंदर कोई भी रुकावट पैदा नहीं होती, कोई भी विघन नहीं लगता, कोई भी दुख दुनिया का घेरा नहीं पा सकता जेकर अकाल पुरख परमात्मा का सिमरन होगा। ते दुख लगते किनू ने? पातशाह जी ने आख्या कोट विघन तिस लागते जिस विसरै नाओ। जिन्हों अकाल पुरख परमात्मा का नाम भुल जाता है, पातशाह जी कहते उन्होंने दुनिया के तमाम दुख आके घेरा पा लेते ने। जेकर असीं दुखों तो छुटकारा चाहते हैं तो पातशाह जी ने आख्या अकाल पुरख परमात्मा का स्मरण करना पवेगा। जिन्ना मनुखों के कोल जाके तू अपना दुख रखता है उन्हां दे पास जाने की लोड़ नहीं, तो गुरु दे पास आ। सर्व सुखां का दाता सतगुर ताकि शरणी पाइए। दर्शन भेट तो होत आनंदा दुख गया हर गाइए। दुख चला जाता सुख की प्राप्ति होती है। सतगुर आयो शरण तुम्हारी मिले सुख नाम हर शुभा। चिंता ला हमारी सुख की प्राप्ति गुरु के पास आके होवेगी। जेकर असीं गुरु के पास नहीं आते, सिमर नहीं करते, जेकर अकाल पुरख परमात्मा नूं चेते नहीं करते, तब पातशाह जी ने आखे हर विसरत सदा खुआरी। तां जीवन खुआर हुंदा है। ते फिर पातशाह जी ने बाणी दे अंदर आखिया है प्राणी तू आया लाहा लैन लगा कित को फकड़े समुकदी चली रहन। गुरु अमरदास पातशाह जी ने आखिया ए शरीरा मेरिया इस जग में आए क्या तुद कर्म कमाया कि कर्म कमाया तुद शरीरा जा तू जग में आया। जिन हर तेरा रचन रचिया सो हर मन ना वसाया। जिन्ने तेनों पैदा किया सोना शरीर बनाया तेरा तू उन्होंने चेते नहीं करता। पातशाह जी कहते फिर तेरा संसार दे अंदर आना सफल नहीं होया, तू जीवन की बाजी हार के जाएगा। सो लोड़ है जीवन दे अंदर अकाल पुरख परमात्मा का आसरा लईए। जीवन का आधार अकाल पुरख परमात्मा नूं बना के सच नूं जीवन का आधार बना के मनुखों की टेक असीं छड्ड दईए। जिन्हां दे असीं लैके बैठियां सानूं उन्हां तो सुख प्राप्त नहीं होना, गुरु तो सुख की प्राप्ति होनी है। मानुष की टेक बिरथी सब जान देवन को एक भगवान जिसके दिए रह अगाए। बहुर न तृष्णा लागे आए मारे रख एक आप मानु कै किछ नाही हाथ। तिसका हुक्म बूझ सुख होए तिसका नाम रख कंठ परोए। सिमर 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 प्रभ सोए नानक विघन न लागे कोई। जेकर सुख चाहते हैं ना गुरु तेग बहादुर पातशाह जी ने आख्या जाओ सुख को चाहे सदा शरण राम की ले। राम रमे हुए परमात्मा की शरण लैनी पवेगी। सानू शरण आना पवेगा, आसरा लेना पवेगा तां सुख की प्राप्ति हो सकती है। सो गुरु साहब जी कृपा करन कीतियां विचारां साडे जीवन का आधार साडे हिरदियां का श्रृंगार बन जाण। विचारां करदियां बेअंत प्रकार दियां भुलां गलतियां हो जांदियां ने। गुरु साहब जी बख्शण जोग ने। अनजान शब्द की बख्श लैन अगे तो विचारां करन दी समत बख्शण। अखीर दे विच बड़े ही अदब सत्कार दे नाल फतेह परवानो जी गज के आखो जी वाहिगुरु जी का खालसा वाहिगुरु जी की फतेह।